अपना ਉਹਦਾ ਦੱਸੋ ਜੀ। मैं दर्शन सिंह सिद्धू शतराणा तो इलैक्शन ਦੇ ਲਈ मैं कैंडीडेट हाँ कांग्रेस पार्टी ਵੱਲੋਂ ਤੇ मैं ਤੁਹਾਨੂੰ ਸਾਰਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਜਲਦੀ ਇੱਥੇ ਇਕੱਤਰ ਹੋਏ ਹੋ। ਉਹਦਾ ਕਾਰਨ ਇਹ ਸੀਗਾ ਕਿ ਜਿਹੜੇ ਇੱਥੇ ਸਰਦਾਰ ਦਰਬਾਰਾ ਸਿੰਘ ਨੇ ਉਹ ਇਸ ਕਾਂਗਰਸ ਪਾਰਟੀ ਵੱਲੋਂ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟ ਮਿਲੇ। ਸਾਡੇ ਇੱਥੇ 6-7 ਉਮੀਦਵਾਰ ਜਿਹੜੇ ਟਿਕਟ ਲੈਣ ਦੇ ਲਈ ਚਾਹਵਾਨ ਨੇ ਤੇ ਉਹ ਵੀ ਸਾਡੇ ਨਾਲ ਨੇ ਸਾਰੇ, ਤੇ ਜਿਸ ਦੇ ਵਿੱਚ ਅਜਿੰਦਰਪਾਲ ਸਿੰਘ ਜੀ ਛੰਨਾ ਤੇ ਕੁਲਵੰਤ ਸਿੰਘ ਜੀ ਮੇਰੇ ਨਾਲ ਬੈਠੇ ਨੇ, ਨਾਰ ਸਿੰਘ ਜੀ ਤੇ ਕੁਲਵੰਤ ਸਿੰਘ ਨਾਰੀਕੇ ਤੇ ਦਰਬਾਰਾ ਸਿੰਘ ਜੀ। ਤੇ ਜਦੋਂ ਹਰਪ੍ਰੀਤ ਸਿੰਘ ਚੀਮਾ ਸਾਡੇ ਅਬਜ਼ਰਵਰ ਸਾਹਿਬ ਨੇ ਇੱਥੇ ਮੀਟਿੰਗ ਕੀਤੀ ਸੀ ਤਾਂ ਅਸੀਂ ਸਾਰਿਆਂ ਨੇ ਉਹਨਾਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਸੀ ਨਾਲ ਇਕੱਠੇ ਹੋ ਕੇ ਕਿ ਅਸੀਂ ਸਾਰੇ ਜਣੇ ਕਾਂਗਰਸ ਪਾਰਟੀ ਦੇ ਨਾਲ ਹੈ ਤੇ ਜੋ ਤੁਹਾਡਾ ਫੈਸਲਾ ਹੋਏਗਾ ਅਸੀਂ ਉਸ ਦੇ ਮੁਤਾਬਕ ਹੀ ਉਸ ਦਾ ਕੰਮ ਕਰਾਂਗੇ, ਇੱਥੇ ਦੇ ਕੈਂਡੀਡੇਟ ਨੂੰ ਜਿਤਾਵਾਂਗੇ। ਪਰ ਪਿੱਛੇ ਜੇ ਤੁਸੀਂ ਵੀ ਦੇਖਿਆ ਹੋਣਾ, ਦੇਖਣ ਦੇ ਵਿੱਚ ਆਇਆ ਤੇ ਸਰਦਾਰ ਦਰਬਾਰਾ ਸਿੰਘ ਨੇ ਇੱਕ ਡਿਕਟੇਟਰ ਹੋ ਕੇ ਇੱਥੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਵਰਕਰਾਂ ਦੇ ਨਾਲ ਵੀ ਬੜੀ ਬਦਤਮੀਜ਼ੀ ਕੀਤੀ ਤੇ ਸਾਡੇ ਜਿਹੜੇ ਫਲੈਕਸ ਸੀਗੇ ਉਹ ਵੀ ਪੜਵਾਏ, ਉਤਰਵਾ ਤੇ ਸਾਰੇ ਇਕੱਠੇ ਹੋ ਕੇ ਅਸੀਂ ਇਸ ਦੀ ਜਾਣਕਾਰੀ ਤੇ ਸਾਡੇ ਅਬਜ਼ਰਵਰ ਸਾਹਿਬ ਨੂੰ ਵੀ ਦਿੱਤੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਇਸ ਦੇ ਵਿੱਚ ਗੱਲਾਂ ਚੱਲਦੇ ਇਹ ਗੱਲ ਆਈ ਕਿ ਇਹ ਐਕਸਾਈਜ਼ ਮਹਿਕਮੇ ਦੇ ਵਿੱਚ ਕੰਮ ਕਰਦੇ ਨੇ ਤੇ ਉੱਥੇ ਇਹਨਾਂ ਨੇ 15 ਨਵੰਬਰ ਨੂੰ ਇਹ ਨੋਟਿਸ ਦਿੱਤਾ ਸੀ ਕਿ ਵੀ ਮੈਂ ਅਗਰ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਨਾ ਹੈ ਤੇ ਮੈਨੂੰ ਚੋਣ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਜਾਵੇ। ਉਹਨਾਂ ਨੇ ਇਹਨਾਂ ਨੂੰ ਇਹ ਲਿਖ ਕੇ ਭੇਜਿਆ ਪੰਜਾਬ ਸਰਕਾਰ ਨੇ ਕਿ ਤੁਹਾਨੂੰ ਇਹ ਚੋਣ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ, ਜੇ ਤੁਸੀਂ ਰਿਟਾਇਰਮੈਂਟ ਚਾਹੁੰਦੇ ਤਾਂ ਸਾਨੂੰ ਦੱਸੋ ਵੀ ਤੁਸੀਂ ਕਦੋਂ ਰਿਟਾਇਰਮੈਂਟ ਹੋਈ ਹੋ। ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਅੱਜ ਦੀ ਤਰੀਕ ਤੱਕ ਇਹ ਬੰਦਾ ਸਰਦਾਰ ਦਰਬਾਰਾ ਸਿੰਘ ਸਰਕਾਰੀ ਮੁਲਾਜ਼ਮ ਹੈ, ਇਸ ਨੂੰ ਅਸੀਂ ਕਾਂਗਰਸ ਪਾਰਟੀ ਦਾ ਮੈਂਬਰ ਵੀ ਨਹੀਂ ਸਮਝਦੇ ਤੇ ਇਸ ਕਰਕੇ ਅਸੀਂ ਇਸ ਦੀ ਵਿਰੋਧਤਾ ਕਰਦੇ ਹਾਂ ਕਿ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਇਸ ਨੇ ਇੱਥੇ ਮੀਟਿੰਗਾਂ ਕੀਤੀਆਂ ਨੇ ਤੇ ਫਲੈਕਸਾਂ ਲਵਾਈਆਂ ਨੇ ਤੇ ਵੀਡੀਓ ਬਣਾਈਆਂ ਨੇ ਜਿੱਥੇ ਇਹ ਗਿਆ। ਅਸੀਂ ਕੱਲ੍ਹ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਕੱਲ੍ਹ ਚੀਫ ਇਲੈਕਸ਼ਨ ਕਮਿਸ਼ਨ ਨੂੰ ਸਰਦਾਰ ਸ਼੍ਰੀ ਐਸ ਕਰਨਾ ਰਾਜੂ ਜੀ IAS ਚੀਫ ਇਲੈਕਟੋਰਲ ਆਫਿਸਰ ਚੰਡੀਗੜ੍ਹ ਨੂੰ ਜਾ ਕੇ ਸਾਰੇ ਭਰਾ ਇਹ ਜਾ ਕੇ ਕੰਪਲੇਂਟ ਕਰਕੇ ਆਏ ਹਾਂ। ਇਹ ਜਿਹੜੀ ਸਾਰਿਆਂ ਜਣਿਆਂ ਨੇ ਕੰਪਲੇਂਟ ਕੀਤੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਇਹ ਸਰਕਾਰੀ ਮੁਲਾਜ਼ਮ ਹੈ, ਇਹ ਅੱਜ ਦੀ ਤਰੀਕ ਤੱਕ ਇਸ ਦੇ ਕੋਲੇ ਕੋਈ ਰਿਟਾਇਰਮੈਂਟ ਦਾ ਆਰਡਰ ਨਹੀਂ ਹੈ, ਕੋਈ ਇਸ ਦੇ ਕੋਲੇ ਕੋਈ ਅਸਤੀਫੇ ਦਾ ਆਰਡਰ ਨਹੀਂ ਹੈ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਜਾਂ ਤੁਸੀਂ ਇਹਨਾਂ ਨੂੰ ਪੁੱਛ ਲਿਓ ਕਿ ਵੀ ਸਾਨੂੰ ਕੋਈ ਇਹ ਆਰਡਰ ਤੁਸੀਂ ਦਿਖਾ ਸਕਦੇ ਹੋ। ਜੋ ਸਾਡੇ ਕੋਲੇ ਜਾਣਕਾਰੀ ਸੀ ਉਹਦੇ ਮੁਤਾਬਕ ਅਸੀਂ ਇਹ ਗੱਲ ਕਰ ਰਹੇ ਹਾਂ। ਕੀ ਮੰਗ ਤੁਸੀਂ ਕਰਦੇ ਹੋ ਪ੍ਰਸ਼ਾਸਨ? ਅਸੀਂ ਮੰਗ ਇਹ ਗੱਲ ਕੀਤੀ ਹੈ ਵੀ ਅਸੀਂ ਰੂਲ ਇਹਦੇ 'ਚ ਕੋਡ ਕੀਤਾ ਹੈ, ਕੋਈ ਵੀ ਸਰਕਾਰੀ ਮੁਲਾਜ਼ਮ ਕੋਈ ਵੀ ਸਰਕਾਰੀ ਅਫਸਰ ਜਦੋਂ ਤੱਕ ਸਰਕਾਰੀ ਅਹੁਦੇ 'ਤੇ ਹੈ ਉਹ ਕਿਸੇ ਵੀ ਪਾਰਟੀ ਦੇ ਵਿੱਚ ਕਨਵੈਂਸਿੰਗ ਨਹੀਂ ਕਰ ਸਕਦਾ, ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਲਈ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਦੇ ਖਿਲਾਫ ਇਹ ਸਸਪੈਂਸ਼ਨ ਤਾਂ ਇਹਦੀ ਹੋਏਗੀ, ਇਹਦੀ ਪੈਨਸ਼ਨ ਤਾਂ ਜਾਊਗੀ। ਅਸੀਂ ਆਪਣੇ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਨੇ, ਉੱਚ ਅਧਿਕਾਰੀ ਨੇ ਤੇ ਜਿਸ ਤਰ੍ਹਾਂ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਮੈਡਮ ਸੋਨੀਆ ਗਾਂਧੀ ਜੀ, ਅਸੀਂ ਸਾਡੇ ਜਿਹੜੇ ਨੇ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਜੀ ਤੇ ਸਕਰੀਨਿੰਗ ਕਮੇਟੀ ਦੇ ਜਿਹੜੇ ਇੰਚਾਰਜ ਨੇ ਅਜੇ ਮਾਕਨ ਜੀ, ਹਰੀਸ਼ ਚੌਧਰੀ ਜੀ ਤੇ ਇਹਨਾਂ ਸਾਰਿਆਂ ਨੂੰ ਅਸੀਂ ਤੇ ਸਾਡੇ ਈਵਨ ਕਿ ਅਸੀਂ ਰਾਤ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਸਾਡੇ ਜਿਹੜੇ ਅਬਜ਼ਰਵਰ ਨੇ ਹਰਪ੍ਰੀਤ ਚੀਮਾ ਜੀ ਨੂੰ ਵੀ ਸੈਪਰੇਟ ਕੰਪਲੇਂਟ ਦੇ ਕੇ ਆਏ ਹਾਂ। ਉਹ ਇਹ ਕਹਿ ਕੇ ਆਏ ਹਾਂ ਕਿ ਵੀ ਇਹ ਕੋਈ ਪਾਰਟੀ ਦਾ ਮੈਂਬਰ ਤੱਕ ਨਹੀਂ ਹੈਗਾ ਕਾਂਗਰਸ ਪਾਰਟੀ ਦਾ, ਇਸ ਲਈ ਇਸ ਨੂੰ ਕਿਸੇ ਵੀ ਪਾਰਟੀ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ, ਕਿਸੇ ਮੀਟਿੰਗ ਦੇ ਵਿੱਚ ਨਾ ਬੁਲਾਇਆ ਜਾਵੇ, ਕਿਸੇ ਰੈਲੀ ਦੇ ਵਿੱਚ ਨਾ ਬੁਲਾਇਆ ਜਾਵੇ ਜਦ ਤੱਕ ਇਹ ਆਪਣਾ ਅਹੁਦਾ ਇੱਥੋਂ ਛੱਡ ਕੇ ਨਹੀਂ ਆਉਂਦਾ। ਕਿਉਂਕਿ ਜੇ ਇਸਨੇ ਅੱਜ ਵੀ ਅਹੁਦਾ ਛੱਡ ਦਿੱਤਾ ਪਰ ਜਦੋਂ ਇਸਨੇ ਸਰਕਾਰੀ ਮਸ਼ੀਨਰੀ ਵਰਤੀ ਹੈ, ਉਹ ਸਰਕਾਰੀ ਮਸ਼ੀਨਰੀ ਨੂੰ ਵਰਤ ਕੇ
इसने पार्टी का ये नुकसान किया हैगा। ये इस दे खिलाफ एक्शन होना ही होना है। मैं इस करके तुहानूं ये दस देना चाहुंदा ਅਸੀਂ ਇਹਦਾ ਜਿਹੜਾ ਮਸਲਾ ਹੈ ਉੱਪਰ ਤੱਕ ਪਹੁੰਚਾਇਆ। ਜਿਹੜੇ ਚੀਫਾ ਸਾਹਿਬ ਨੂੰ ਇਹਦੇ ਖਿਲਾਫ ਦੇ ਕੇ ਆਏ ਹੋ, ਉਹਨਾਂ ਨੇ ਤੁਹਾਨੂੰ ਕੀ ਦਵਾਇਆ ਜਾਂ ਚੋਣ ਕਮਿਸ਼ਨ ਨੂੰ ਦਿੱਤਾ, ਉਹ ਉੱਥੇ ਤੁਹਾਨੂੰ ਕੀ ਆਖਿਆ? ਹਾਂ, ਉਹਨਾਂ ਨੇ ਚੀਮਾ ਸਾਹਿਬ ਨੇ ਹੀ ਕਿਹਾ ਇਸ ਨੂੰ ਤੁਸੀਂ ਜਿੱਥੇ ਤੁਸੀਂ ਚਾਹੇ ਅਖਬਾਰ ਦੇ ਵਿੱਚ ਜਾਓ ਤੇ ਚਾਹੇ ਤੁਸੀਂ ਜਿੱਥੇ ਮਰਜ਼ੀ ਦੀ ਸ਼ਿਕਾਇਤ ਕਰੋ। ਤੁਸੀਂ ਉਹਨਾਂ ਨੇ ਸਾਡਾ ਧੰਨਵਾਦ ਕੀਤਾ ਕਿ ਵੀ ਤੁਸੀਂ ਇਸ ਬੰਦੇ ਦਾ ਤੁਸੀਂ ਸਾਨੂੰ ਅਸਲੀਅਤ ਦੱਸੀ ਹੈ ਕਿ ਇਸ ਨੇ ਸਾਨੂੰ ਅੱਜ ਤੱਕ ਅਸਲੀਅਤ ਨਹੀਂ ਦੱਸੀ ਸੀ। ਅਸੀਂ ਚੀਮਾ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ, ਸਾਡੇ ਆਬਜ਼ਰਵਰ ਨੇ, ਤੇ ਉਹਨਾਂ ਨੇ ਸਗੋਂ ਸਾਨੂੰ ਇਸ ਗੱਲ ਦਾ ਧੰਨਵਾਦ ਕੀਤਾ ਸਾਰਿਆਂ ਨੂੰ। ਹੁਣ ਰਜਿੰਦਰਪਾਲ ਜੀ ਜਿਹੜੇ ਛੰਨਾ ਨੇ ਤੇ ਤੁਹਾਡੇ ਦੂਜੇ ਨਾਰ ਜੀ ਉਹ ਰਸਤੇ ਦੇ ਵਿੱਚ ਆ ਰਹੇ ਸੀ। ਅੱਜ ਰਾਜਾ ਵੜਿੰਗ ਜੀ ਨੇ ਉੱਥੇ ਆਉਣਾ ਹੈਗਾ, ਮੈਂ ਵੀ ਪਿੰਡਾਂ ਦੇ ਵਿੱਚ ਹੋ ਕੇ ਆਇਆ ਤਾਂ ਤੇ ਥੋੜ੍ਹਾ ਜਿਹਾ ਲੇਟ ਹੋਇਆ। ਔਰ ਰਸਤੇ ਦੇ ਵਿੱਚ ਸਾਡੇ ਕੋਲ ਸਾਰੇ ਅਸੀਂ ਇਕੱਠੇ ਹਾਂ, ਅਸੀਂ ਇਕੱਠਿਆਂ ਨੇ ਹੋ ਕੇ ਸਾਰੀ ਪਾਰਟੀ ਦੇ ਲੈਵਲ 'ਤੇ ਇਹ ਗੱਲ ਕੀਤੀ ਹੈ। ਮੈਂ ਇਹ ਗੱਲ ਤੁਹਾਨੂੰ ਵਿਸ਼ਵਾਸ ਦਿਵਾਉਂਦਾ, ਇਹਨਾਂ ਨੂੰ ਵੀ ਗੱਲ ਕਹੀ ਹੈ ਵੀ ਜਿਹੜੇ ਲੀਡਰ ਨੇ ਆਪਣਾ ਉਮੀਦਵਾਰ ਨੇ, ਜਿਹੜੇ ਸੁਭਾਵੀ ਉਮੀਦਵਾਰ ਨੇ, ਤੁਸੀਂ ਕਿਸੇ ਨੂੰ ਵੀ ਟਿਕਟ ਦੇ ਦਿਓ, ਸਾਨੂੰ ਉਹਦਾ ਕੋਈ ਮਤਲਬ ਨਹੀਂ। ਹੁਣ ਅਸੀਂ ਜਦੋਂ ਵੀ ਕਿਸੇ ਨੂੰ ਪੁੱਛਦੇ ਹਾਂ, ਇਹ ਕਿ ਦਰਬਾਰਾ ਸਿੰਘ ਤਾਂ ਹਰੇਕ ਨੂੰ ਕਹਿ ਰਿਹਾ ਕਿ ਜੀ ਮੈਨੂੰ ਟਿਕਟ ਲੈਣੀ ਆਉਂਦੀ ਹੈ, ਟਿਕਟ ਤਾਂ ਮੇਰੀ ਜੇਬ 'ਚ ਹੈ, ਮੈਂ ਤਾਂ ਆਪ ਹੀ ਜਿੱਤ ਜਾਊਂਗਾ। ਅਤੇ ਇਹੀ ਜੀ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਇਹੀ ਜੀ ਕੋਈ ਗੱਲ ਨਹੀਂ ਹੈ। ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਹੁਣ ਜਿਹੜਾ ਇਹ ਨਵਾਂ ਸਿਨੈਰੀਓ ਆਇਆ ਅਤੇ ਇਸ ਤੋਂ ਜਿਹੜਾ ਨਵਜੋਤ ਸਿੱਧੂ ਜੀ ਨੇ ਇਹ ਗੱਲ ਕਹੀ ਹੈ ਕਿ ਤੁਹਾਨੂੰ ਵਿਨੇਬਲ ਕੈਂਡੀਡੇਟ ਦੇ ਵਿੱਚ ਇਮਾਨਦਾਰ ਕੈਂਡੀਡੇਟ ਦੇ ਕੇ ਤੁਹਾਨੂੰ ਮੈਂ ਇਹ ਤੁਹਾਨੂੰ ਇੱਥੇ ਖੜ੍ਹਾ ਕਰਾਂਗੇ। ਹੁਣ ਸਿੱਧੂ ਸਾਹਿਬ ਕੋਲ ਅਸੀਂ ਇਹ ਗੱਲ ਪਹੁੰਚਾ ਰਹੇ ਹਾਂ, ਪੰਜਾਬ ਸਰਕਾਰ ਕੋਲ ਅਸੀਂ ਗੱਲ ਪਹੁੰਚਾ ਰਹੇ ਹਾਂ, ਸਾਡੀ ਪਾਰਟੀ ਦੇ ਉਹਨਾਂ ਕੋਲ, ਕਿ ਇਹ ਬੰਦਾ ਅੱਜ ਦੀ ਤਰੀਕ ਤੱਕ ਬਿਲਕੁਲ ਉਹ ਨਹੀਂ ਹੈ, ਮਤਲਬ ਕਿ ਪਾਰਟੀ ਦਾ ਮੈਂਬਰ ਵੀ ਹੈ ਨਹੀਂ, ਇਹ ਕਿਵੇਂ ਟਿਕਟ ਲੈ ਜਾਊਗਾ। ਅਤੇ ਮੈਂ ਇਹ ਥੋੜ੍ਹੀ ਜਾਣਕਾਰੀ ਦੇ ਵਿੱਚ ਲੈ ਕੇ ਆਇਆ। ਸਿੱਧੂ ਸਾਹਿਬ ਇਹ ਰੂਲ ਕੀ ਹੈ ਜੇ ਅੱਜ ਹੁਣ ਇਹ ਆਪਣਾ ਉੱਥੋਂ ਅਸਤੀਫਾ ਦੇ ਦਿੰਦਾ ਜਾਂ ਆਪਣਾ ਰੂਲ ਇਹ ਹੈ ਕਿ ਜਦੋਂ ਵੀ ਕੋਈ ਬੰਦਾ ਅਸਤੀਫਾ ਦਿੰਦਾ ਉਸ ਨੂੰ 3 ਮਹੀਨੇ ਦਾ ਨੋਟਿਸ ਦੇਣਾ ਪੈਂਦਾ। ਨੰਬਰ 1 ਕਿ ਮੈਂ ਫਲਾਣੀ ਤਰੀਕ ਨੂੰ ਉੱਥੇ 3 ਮਹੀਨੇ ਮੇਰੇ ਪੂਰੇ ਹੋ ਜਾਣਗੇ ਵੀ ਮੈਨੂੰ ਉਦੋਂ ਰਿਟਾਇਰ ਕੀਤਾ ਜਾਵੇ, ਜਾਂ ਉਸ ਨੂੰ ਉਸੇ ਦਿਨ ਇਹ ਕਹਿਣਾ ਪੈਂਦਾ ਵੀ ਮੇਰੀ ਇਹ 3 ਮਹੀਨੇ ਦੀ ਤਨਖਾਹ ਇਹ ਫੜੋ ਕਿ ਮੈਨੂੰ ਅੱਜ ਹੀ ਰਿਟਾਇਰ ਕੀਤਾ ਜਾਵੇ। ਪਰ ਇਹਦੇ ਕੇਸ ਦੇ ਵਿੱਚ ਇਹ ਸਵਾਲ ਨਹੀਂ ਹੈ, ਕਿਉਂਕਿ ਇਹ ਪਿਛਲੇ 2 ਮਹੀਨਿਆਂ ਦੇ ਵਿੱਚੋਂ ਸਰਕਾਰੀ ਮਸ਼ੀਨਰੀ ਨੂੰ ਵਰਤ ਕੇ ਇਹਦੇ ਪਾਰਟੀ ਨੂੰ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਾਂ ਮੈਂ ਅਸਤੀਫਾ ਦਿੱਤਾ ਹੈ, ਅਤੇ ਅਸਤੀਫਾ ਨਹੀਂ ਵੀ ਮੈਂ VRS ਲੈ ਲਈ ਹੈ, ਵਟਰਨਰੀ ਰਿਟਾਇਰਮੈਂਟ ਸਕੀਮ ਹੁੰਦੀ ਹੈ VRS ਵੀ, ਉਹ ਲੈ ਲਈ ਹੈ, ਅਤੇ ਇਸ ਕਰਕੇ ਮੈਂ ਤੁਹਾਡੇ ਵਿੱਚ ਆਇਆ ਹਾਂ। ਇਸ ਕਰਕੇ ਇਹ ਅੱਜ ਸਰਕਾਰੀ ਮੁਲਾਜ਼ਮ ਹੈ, ਅੱਜ ਦੇ ਦਿਨ ਵੀ ਸਰਕਾਰੀ ਮੁਲਾਜ਼ਮ ਹੈ। ਅਸੀਂ ਚੀਫ ਇਲੈਕਸ਼ਨ ਕਮਿਸ਼ਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਗੱਲ ਸੁਣੀ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਅਤੇ ਉਹਨਾਂ ਨੂੰ ਮੈਂ ਸਾਰੀਆਂ ਕਲਿੱਪਸ ਦਿਖਾਈਆਂ ਨੇ, ਇਹ ਸਾਰੀਆਂ ਜਿੱਥੇ ਇਹਨਾਂ ਦੀਆਂ ਫੋਟੋਆਂ ਲੱਗੀਆਂ ਨੇ, ਜਿਹੜੇ ਪਿੰਡਾਂ ਦੇ ਵਿੱਚ ਇਹਦੀਆਂ ਫੋਟੋਆਂ ਲੱਗੀਆਂ ਨੇ, ਆਹ ਅਖਬਾਰਾਂ ਦੀ ਕਟਿੰਗ ਲੱਗੀ ਹੈ, ਆਹ ਅਖਬਾਰਾਂ ਦੀ ਕਟਿੰਗ ਨੇ, ਜਿੱਥੇ ਇਹਨਾਂ ਨੇ ਕਿਹਾ, ਜਿੱਥੇ ਵੀ ਤੁਸੀਂ ਅਖਬਾਰਾਂ ਦੇ ਵਿੱਚ ਉਹ ਕੀਤਾ। ਅਤੇ ਮੈਂ ਸ਼ਾਇਦ ਤੁਹਾਨੂੰ ਵੀ ਨਾ, ਤੁਸੀਂ ਵੀ ਨਾ ਕੋਈ ਕੁਐਸਚਨ ਕੀਤਾ ਹੋਵੇ ਵੀ ਤੁਸੀਂ ਰਿਟਾਇਰਮੈਂਟ ਤੁਹਾਡੀ ਹੋ ਗਈ ਜਾਂ ਕਿ ਨਹੀਂ ਹੋ ਗਈ ਹੈ ਜੀ। ਇਹ ਫੋਟੋਆਂ ਨੇ, ਕੋਈ ਦਰਖਤ 'ਤੇ ਲੱਗੀ ਹੈ, ਕੋਈ ਖੰਭੇ 'ਤੇ ਲੱਗੀ ਹੈ ਜੀ। ਅਤੇ ਆਹ ਦੇਖੋ ਇਹ DC ਨੂੰ ਮਿਲ ਰਹੇ ਨੇ, ਅਤੇ ਇੱਥੇ ਇਹ ਵੀਡੀਓ ਨੂੰ ਮਿਲ ਰਹੇ ਨੇ ਹੈ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਆਹ ਦੇਖੋ ਇਹਨਾਂ ਨੇ ਇਹ ਬਣਾਇਆ, ਲਿਖਦਾ ਹੈ ਸ਼ਤਰਾਣਾ ਵਿੱਚ ਚੱਲੀ ਗੱਲ, ਦਰਬਾਰਾ ਸਿੰਘ ਬਣਵਾਣਾ ਸੁਣੇਗਾ ਸਾਡੀ ਗੱਲ, ਸਾਫ਼ ਲਿਖਦਾ ਹੈ। ਜਿਹੜੇ ਸਾਡੇ ਹਰਸ਼ਵਰਧਨ ਜੀ ਇਹ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਆਏ ਸੀ, ਉਹਨਾਂ ਦੇ ਨਾਲ ਮੀਟਿੰਗ ਕੀਤੀ ਇਹਨਾਂ ਨੇ, ਆਹ ਮੀਟਿੰਗ ਕਰ ਰਹੇ ਨੇ ਬੈਠੇ, ਆਹ ਬੈਠੇ ਮੀਟਿੰਗ ਕਰ ਰਹੇ ਨੇ, ਅਤੇ ਉਹਨਾਂ ਨੂੰ ਪਿੱਛੇ ਉਹ ਦੇ ਰਹੇ ਸੀ, ਇੱਥੇ DC ਨੂੰ ਮਿਲ ਰਹੇ ਨੇ ਕਿ ਵੀ ਮੈਂ ਇੱਕ ਸਿੱਧੂ ਸਾਹਿਬ ਇੱਥੇ ਸਵਾਲ ਇਹ ਵੀ ਉੱਠਦਾ ਹੈ ਵੀ ਚੀਫਾ ਸਾਹਿਬ ਅਬਜ਼ਰਵਰ ਨੇ, ਉਹਨਾਂ ਦੀਆਂ ਮੀਟਿੰਗਾਂ ਲੈਂਦੇ ਰਹੇ, ਕੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਅਜੇ ਰਿਟਾਇਰਮੈਂਟ ਨਹੀਂ ਲਈ? ਹਾਂ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ। ਮੈਂ ਉਹਨਾਂ ਨੂੰ ਰਾਤ ਕਨਫਰਮ ਕੀਤਾ ਹੈ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਰਿਟਾਇਰਮੈਂਟ ਲੈ ਲਈ, ਕਹਿੰਦੇ ਹਾਂ ਲੈ ਲਈ। ਜੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਵੀ ਰਿਟਾਇਰਮੈਂਟ ਦੇ ਤੁਸੀਂ ਆਰਡਰ ਦਿਖਾਓ ਜਾਂ ਕੁਛ ਹੋਰ ਦਿਖਾਓ, ਦੇਖੋ ਇਹ ਗੱਲ ਹੁੰਦੀ ਹੈ। ਤੁਸੀਂ ਨਹੀਂ, ਉਹਨਾਂ ਦੀ ਕੋਈ ਅਣਗਹਿਲੀ ਨਹੀਂ ਹੈ। ਹੁਣ ਮੈਂ ਉਹਨਾਂ ਨੂੰ ਗੁੰਮਰਾਹ ਕੀਤਾ ਹੈ। ਹੁਣ ਮੈਂ ਇੱਕ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਕਿ ਮੋਬਾਈਲ ਜਿਹੜਾ ਇਹਨਾਂ ਨੇ ਨੋਮੀਨੇਸ਼ਨ 'ਤੇ ਪਾਰਟੀ ਟਿਕਟ ਲੈਣ ਦੇ ਲਈ ਕੀਤਾ ਹੈ, ਅਪਲਾਈ ਕੀਤਾ ਹੈ, ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਮੈਂ VRS ਆਈ ਹੈਵ ਟੇਕਨ ਦੀ VRS ਫॉर ਇਲੈਕਸ਼ਨ। ਗੁੰਮਰਾਹ ਕੀਤਾ ਪਾਰਟੀ ਨੂੰ ਇਸਨੇ ਨੇ, ਮੇਰੀ ਗੱਲ ਸਮਝ ਗਏ। ਅਤੇ ਉਸ ਦੇ ਵਿੱਚ ਲਿਖਿਆ ਇਹਨਾਂ ਨੇ
ਕਿ ਆਈ ਵਾਜ਼ ਵਰਕਿੰਗ ਇਨ ਐਕਸਾਈਜ਼ ਡਿਪਾਰਟਮੈਂਟ ਐਂਡ ਆਈ ਹੈਵ ਟੇਕਨ ਦੀ, ਮੈਂ ਤੁਹਾਨੂੰ ਉਸ ਦੀ ਕਾਪੀ ਦੇ ਦਿੰਦਾ ਜਿਹੜੀ ਇਸਨੇ ਐਪਲੀਕੇਸ਼ਨ ਦੇ ਉੱਥੇ ਦਿੱਤੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਮੈਂ VRS ਲਈ ਹੈ। ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਮੇਰੇ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਹੀ ਉਹਨੂੰ ਜਾ ਕੇ ਪੁੱਛ ਸਕਦੇ ਹੋ ਕਿ ਤੁਹਾਡੇ ਕੋਲੇ VRS ਦੇ ਆਰਡਰ ਕੋਈ ਹੈਗੇ ਨੇ, ਸਾਨੂੰ ਦਿਖਾ ਦਿਓ, ਕਿਉਂਕਿ ਮੈਨੂੰ ਤਾਂ ਮਿਲੇ ਨਹੀਂ। ਮੈਂ ਤਾਂ ਪੰਜਾਬ ਸਰਕਾਰ ਤੋਂ ਪੁੱਛ ਲਿਆ ਸਾਰਿਆਂ ਨੂੰ। ਕੱਲ੍ਹ ਵੀ ਮੈਂ ਸੈਕਟਰੀਏਟ ਤੋਂ ਪੁੱਛ ਕੇ ਆਇਆ ਕਿ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਉਹਦੇ ਕੋਈ ਆਰਡਰ ਨਹੀਂ ਹੈ। ਆਫਿਸ ਦੇ ਵਿੱਚ ਹਾਜ਼ਰੀ ਹੈ ਜਾਂ ਐਬਸੈਂਟ ਹੈ ਜੀ? ਹਾਂਜੀ, ਆਫਿਸ ਵਿੱਚ ਹਾਜ਼ਰੀ ਹੈ ਜਾਂ ਜਦੋਂ ਕੋਈ ਬੰਦਾ ਉੱਥੋਂ ਜੇ ਫਰਜ਼ ਕੋਲ VRS ਲੈਣ ਦੇ ਲਈ ਨੋਟਿਸ ਵੀ ਦਿੰਦਾ ਹੈ ਤਾਂ ਉਹ ਛੁੱਟੀ ਵੀ ਨਹੀਂ ਲੈ ਸਕਦਾ। ਅਤੇ ਇੱਕ ਪ੍ਰਚਾਰ ਕਰਨਾ ਤਾਂ ਵੱਖਰੀ ਗੱਲ ਹੈ। ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਵੀ ਇਹ ਐਬਸੈਂਟ ਹੈ ਜਾਂ ਇਹ ਹੈ, ਇਹ ਤਾਂ ਐਕਸਾਈਜ਼ ਡਿਪਾਰਟਮੈਂਟ ਦੇ ਬੰਦੇ ਹੀ ਦੱਸ ਸਕਦੇ ਨੇ। ਅਸੀਂ ਫਾਈਨੈਂਸ਼ੀਅਲ ਕਮਿਸ਼ਨਰ FC ਟੀਰ ਜਿਹਨੂੰ ਕਹਿੰਦੇ ਆ ਟੈਕਸੇਸ਼ਨ, ਸ਼੍ਰੀ ਰੈਵਨਿਊ ਪ੍ਰਸ਼ਾਦ ਨੂੰ, ਉਹਨਾਂ ਨੂੰ ਵੀ ਭੇਜੀ ਹੈ ਇਹ ਸ਼ਿਕਾਇਤ, ਸਾਰੇ ਅਧਿਕਾਰੀਆਂ ਨੂੰ ਅਸੀਂ ਭੇਜੀ ਹੈ। ਸਾਡਾ ਕਿਸੇ ਨਾਲ ਕੋਈ ਉਹ ਨਹੀਂ ਹੈਗਾ। ਤੁਸੀਂ ਦੇਖਿਆ ਹੀ ਹੋਣਾ, ਤੁਸੀਂ ਭਰਾ ਸਾਰੇ ਇਕੱਠੇ ਹੋਏ ਆ। ਮੈਂ ਤਾਂ ਹਰੇਕ ਦੇ ਹੱਕ ਦੇ ਵਿੱਚ ਹੀ ਬੋਲਦਾ ਰਿਹਾ ਕਿ ਸਾਡੇ ਭਰਾਵਾਂ ਸਾਨੂੰ ਜਦੋਂ ਵੀ ਉਹ ਦੇ ਦਿਓ ਟਿਕਟ, ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜ ਕੇ ਅਸੀਂ ਪੂਰਾ ਜਿਤਾਵਾਂਗੇ। ਪਰ ਇਸ ਬੰਦੇ ਨੇ ਸਾਰਿਆਂ ਨੂੰ ਸਾਨੂੰ ਗੁੰਮਰਾਹ ਕੀਤਾ ਹੈਗਾ। ਕਾਂਗਰਸ ਹਾਈਕਮਾਂਡ ਤੋਂ ਕੀ ਮੰਗ ਕਰਦੇ ਹੋ? ਮੈਂ ਕਾਂਗਰਸ ਹਾਈ ਕਮਾਂਡ ਤੋਂ ਇਹ ਮੰਗ ਕਰਦਾ ਕਿ ਇਹ ਜਿਹੜੇ ਬੰਦਾ ਹੁਣ ਚੀਟ ਕਰ ਰਿਹਾ ਹੈਗਾ, ਇਹ ਅੱਗੇ ਲਈ ਇਹ ਕੀ ਕਰ ਸਕਦਾ ਹੈਗਾ। ਇਸ ਕਰਕੇ ਇਸ ਨੂੰ ਬਿਲਕੁਲ ਕੈਂਡੀਡੇਟ ਬਣਾਉਣ ਲਈ ਕੰਸੀਡਰ ਨਾ ਕੀਤਾ ਜਾਵੇ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਹਦੇ ਨਾਲ ਕਈ ਐਸੇ ਬੰਦੇ ਲੱਗੇ ਹੋਏ ਨੇ ਜਿਹੜੇ ਇਸ ਨੂੰ ਗੁੰਮਰਾਹ ਕਰ ਰਹੇ ਨੇ, ਜਿਹੜੇ ਇੱਥੇ ਦਾ ਪੂਰਾ ਗੈਂਗ ਹੈ। ਇੱਕ ਤਾਂ ਡਿਸਮਿਸ ਐਮਪਲਾਈਜ਼ ਹੈ ਇੱਥੇ ਦਾ, ਇੱਕ ਲੈਂਡ ਗ੍ਰੈਵਰ ਹੈ, ਇੱਕ ਛੋਟੀਆਂ ਕਲੋਨੀਆਂ ਕੱਟਣ ਵਾਲਾ ਹੈ ਜੀ, ਇੱਕ ਥੋੜ੍ਹੀ ਜਿਹੀ ਆੜਤ ਦੀ ਦੁਕਾਨ ਉਹਦੀ ਚੱਲਦੀ ਹੈ। 4 ਬੰਦੇ ਇਸ ਨੂੰ ਪੂਰਾ ਉਹ ਕਰ ਰਹੇ ਨੇ ਅਤੇ ਸਾਡੀ ਨੌਲੇਜ ਦੇ ਵਿੱਚ ਆਇਆ। ਉੱਥੇ ਇੱਕ ਇਹਨੇ 29 ਤਰੀਕ ਦੀ ਇੱਥੇ ਰੈਲੀ ਰਖਵਾਈ ਸੀ ਕਿ ਹਾਂ ਸਾਡੇ ਸ਼ਾਇਦ ਇੱਥੇ ਰੈਲੀ ਇਹਨੇ ਉਹ ਹੋ ਗਈ ਹੈ। ਇਹ ਕਹਿ ਰਹੇ ਸੀ, ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਵੀ ਜੇ ਇੱਥੇ ਕਾਂਗਰਸ ਪਾਰਟੀ ਦੀ ਰੈਲੀ ਹੋਏਗੀ ਤਾਂ ਸਾਰੇ ਕੈਂਡੀਡੇਟਾਂ ਨੂੰ ਨਾਲ ਲੈ ਕੇ ਹੀ ਹੋਏਗੀ। ਉਹ ਸਾਡੀ ਜਾਣਕਾਰੀ ਦੇ ਮੁਤਾਬਕ ਉਹ ਰੈਲੀ ਹੈ ਉਹ ਕੈਂਸਲ ਹੋ ਗਈ ਹੈ, ਉਹ ਕੈਂਸਲ ਹੋ ਗਈ ਹੈ। ਅਤੇ ਉਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਲੱਗਿਆ ਇਸ ਨੇ ਉੱਥੇ ਕਹਿ ਕੇ ਕਿ ਵੀ ਮੇਰੇ ਦਾ ਜੀ ਟੌਰ ਨਹੀਂ ਬਣਦੀ, ਕਿਉਂਕਿ ਉਹ ਜਿਹੜੀ ਅਫਸਰੀ ਆ ਦਿਮਾਗ ਦੇ ਵਿੱਚੋਂ ਜਾਂਦੀ ਨਹੀਂ ਨਾ। 3 ਗਨਮੈਨ ਲਏ ਸੀਗੇ, ਉਹ ਵੀ ਜੋ ਮੇਰੀ ਜਾਣਕਾਰੀ ਮਿਲੀ ਆ, ਉਹ ਵੀ ਇਹਦੇ ਜਿਹੜੇ ਗਨਮੈਨ ਨੇ ਉਹ ਵਿਡਰਾ ਹੋ ਗਏ ਨੇ, ਕਿਉਂਕਿ ਅਸੀਂ ਸਾਰੇ ਹਜੇ ਤਾਂ ਅਸੀਂ ਕੁਝ ਬਣੇ ਹੀ ਨਹੀਂ, ਪਹਿਲੇ ਹੀ ਤੁਸੀਂ ਟੌਰ ਦਿਖਾਉਣ ਲੱਗ ਗਏ। ਇੱਕ ਸਿੱਧੂ ਸਾਹਿਬ ਜਿਸ ਤਰ੍ਹਾਂ ਸੁਭਾਵੀ ਵੀਰਵਾਰਾਂ 'ਚ MLA ਨਿਰਮਲ ਸਿੰਘ ਦੀ ਹੈ, ਇੱਕ ਰਾਤੋਂ ਰਾਤ ਕੁਝ ਬੋਰਡ ਅਮਿਤਰਾ ਦੇ ਵੀ ਲੱਗੇ ਸੀਗੇ, ਉਹਨਾਂ ਨੂੰ ਵੀ ਤੁਸੀਂ ਨਾਲ ਪ੍ਰੋਸੈਸ ਲਿਆ ਜਾਂ ਨਹੀਂ? ਮੈਂ ਅੱਜ ਵੀ ਇਹ ਗੱਲ ਕਹਿਣਾ, ਮੈਂ ਜਦੋਂ ਸਾਡੇ ਹਰਸ਼ਵਰਧਨ ਜੀ ਇੱਥੇ ਆਏ ਸੀ, ਉਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਆਏ ਸੀ, ਜਿਹੜੇ ਸਾਡੇ ਸਾਬਕਾ ਹੁਣ ਮੌਜੂਦਾ ਜਿਹੜੇ ਸਾਡੇ ਨੇ MLA ਨੇ ਸਰਦਾਰ ਨਿਰਮਲ ਸਿੰਘ, ਉਹ ਨਹਾਇਤ ਸ਼ਰੀਫ ਆਦਮੀ ਨੇ, ਉਹਨਾਂ ਨੂੰ ਇਸ ਗੈਂਗ ਨੇ ਖਰਾਬ ਕੀਤਾ। ਇਸ ਗੈਂਗ ਨੇ ਉਹਨਾਂ ਦੇ ਜਿਹੜੇ ਵੀ ਤੁਸੀਂ ਦੋਸ਼ ਲਾਉਂਦੇ ਹੋ, ਉਸ ਗੈਂਗ ਨੇ ਖਰਾਬ ਕੀਤਾ। ਮੈਂ ਸਰਦਾਰ ਨਿਰਮਲ ਸਿੰਘ ਦੀ ਸ਼ਖਸੀਅਤ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਮਤਲਬ ਕਿ ਉਹਨਾਂ ਦੀ ਤਾਰੀਫ ਕਰਨਾ ਚਾਹੁੰਦਾ ਵੀ ਬਹੁਤ ਸ਼ਰੀਫ ਆਦਮੀ ਹੈ, ਕਿਉਂਕਿ ਜਦੋਂ ਮੈਂ ਇੱਥੇ ਤਹਿਸੀਲਦਾਰ ਸੀਗਾ ਅਤੇ ਬਹੁਤ ਵਧੀਆ ਤਰੀਕੇ ਨਾਲ ਵਿਚਰਦੇ ਸੀ। ਜੇ ਸਰਦਾਰ ਨਿਰਮਲ ਸਿੰਘ ਨੂੰ ਟਿਕਟ ਮਿਲੀ, ਮੈਂ ਸਭ ਤੋਂ ਪਹਿਲਾਂ ਝੰਡਾ ਲੈ ਕੇ ਕਾਂਗਰਸ ਪਾਰਟੀ ਦੇ ਅੱਗੇ ਹੋਊਂਗਾ। ਸਾਡੇ ਸਾਰੇ ਭਰਾਵਾਂ ਦੇ ਵਿੱਚੋਂ ਜੇ ਕਿਸੇ ਨੂੰ ਟਿਕਟ ਮਿਲੀ, ਸਭ ਤੋਂ ਪਹਿਲਾਂ ਮੈਂ ਝੰਡਾ ਲੈ ਕੇ ਮੈਂ ਅੱਗੇ ਹੋਊਂਗਾ। ਪਰ ਇਹ ਜਿਹੇ ਜਿਹੜੇ ਚੀਟਰ ਨੇ, ਇਹ ਜਿਹੇ ਜਿਹੜੇ ਗੈਂਗ ਦੇ ਨਾਲ ਲੱਗੇ ਹੋਏ ਨੇ, ਇਹਦਾ ਅਸੀਂ ਮਤਲਬ ਕਿ ਬਿਲਕੁਲ ਡਟ ਕੇ ਵਿਰੋਧ ਕਰਾਂਗੇ। ਇਸ ਨੂੰ ਸਾਡੇ ਸਾਰੇ ਬੰਦੇ ਇਸ ਨੂੰ ਵਿਧਾਨ ਸਭਾ ਦੀ ਪੌੜੀ ਨਹੀਂ ਚੜ੍ਹਨ ਦਿਆਂਗੇ, ਚਾਹੇ ਜੋ ਮਰਜ਼ੀ ਹੋਵੇ। ਅਗਰ ਕੋਈ ਟਿਕਟ ਮਿਲ ਜਾਂਦੀ ਹੈ, ਇਹਨੂੰ ਐਲਾਨ ਕਰ ਦਿੰਦੇ, ਤੁਸੀਂ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ। ਸਾਨੂੰ ਇਹ ਕੋਰਟ ਹੀ ਹੈ ਜੀ, ਇਹਦੇ ਐਕਸ਼ਨ ਹੋ ਜਾਣਾ, ਉਸ ਤੋਂ ਪਹਿਲਾਂ ਹੀ ਇਹ ਸਸਪੈਂਡ ਹੋ ਜੂ। ਮੈਂ ਨਹੀਂ ਕਰੂੰਗਾ ਇਹ। ਜਿਹੜੀ ਵਿਰੋਧੀ ਪਾਰਟੀਆਂ ਨੇ ਨਾ ਜੀ, ਆਮ ਆਦਮੀ ਪਾਰਟੀ ਵੀ ਹੈ, ਅਕਾਲੀ ਦਲ ਵੀ ਹੈ, ਉਹਨਾਂ ਨੂੰ ਇਹ ਮੁੱਦਾ ਮਿਲ ਗਿਆ, ਉਹਨਾਂ ਨੂੰ ਤਾਂ ਇਹ ਮੁੱਦਾ ਮਿਲ ਗਿਆ ਤੇ ਨੋਮੀਨੇਸ਼ਨ ਹੀ ਕੈਂਸਲ ਹੋ ਜਾਣੀ ਹੈ। ਇਹਦੀ ਤਾਂ ਨੋਮੀਨੇਸ਼ਨ ਹੀ ਕੈਂਸਲ ਹੋ ਜਾਣੀ ਹੈ ਕਿ ਵੀ ਇਸਨੇ ਸਰਕਾਰੀ ਅਹੁਦੇ 'ਤੇ ਰਹਿੰਦੇ ਹੋਏ ਇਹ ਕੰਮ ਕੀਤਾ। ਅਗਰ ਬਾਈ ਦੀ ਵੇਜ ਨਹੀਂ ਹੁੰਦਾ ਤਾਂ ਪਰ ਕੋਰਟ ਦਾ ਦਰਵਾਜ਼ਾ ਤਾਂ ਹੈਗਾ ਲਾਸਟ ਦੇ ਵਿੱਚ। ਕੋਰਟ ਦਾ ਦਰਵਾਜ਼ਾ ਤਾਂ ਉਸ ਵੇਲੇ ਗੱਲ ਹੋਏਗੀ ਜਦੋਂ ਇਹਨੂੰ ਕੁਝ ਮਿਲੂਗਾ। ਅਸੀਂ ਸਾਡੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੂੰ, ਸਾਡੇ ਜਿਹੜੇ ਆਪਣੇ ਅਫਸਰ ਸਾਹਿਬਾਨ ਨੇ, ਸਾਡੇ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਹੱਥ ਜੋੜ ਕੇ ਸਾਰੇ ਉਮੀਦਵਾਰਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਸ ਬੰਦੇ ਨੂੰ ਕੰਸੀਡਰ ਨਾ ਕਰਿਓ। ਇੰਨੀ ਸੀਟ ਬਹੁਤ ਬੁਰੀ ਤਰ੍ਹਾਂ ਇਹ ਹਾਰੂਗੀ। ਅਤੇ ਮੈਂ ਇੱਕ ਇਹ ਗੱਲ ਜ਼ਰੂਰ ਕਹਿਣਾ, ਅਸੀਂ ਕੋਈ ਤਾਂ ਡਰਦੇ ਨਹੀਂ ਹੈਗੇ ਵੀ ਕੋਈ ਇਸ ਨੂੰ ਟਿਕਟ ਮਿਲ ਗਈ ਹੈ ਜਾਂ ਨਹੀਂ ਹੈ। ਅਸੀਂ ਜੋ ਪਾਰਟੀ ਪਲੇਟਫਾਰਮ ਦੇ ਉੱਤੇ ਅਸੀਂ ਸਾਰਿਆਂ ਨੂੰ ਐਪਲੀਕੇਸ਼ਨਾਂ ਭੇਜਤੀਆਂ ਨੇ, ਅਸੀਂ ਸਾਰਿਆਂ ਨੂੰ ਤੁਹਾਨੂੰ ਮੈਂ ਦੱਸਦਾ PDF ਬਣਾਇਆ, ਮੈਂ ਤੁਹਾਨੂੰ PDF ਵੀ ਤੁਹਾਨੂੰ ਇਕੱਲੇ ਨੂੰ ਭੇਜੂੰਗਾ। ਇੱਕ ਜਿਹੜੇ ਉਹਦੇ ਨਾਲ ਜਿਹੜੇ ਸਪੋਰਟਰ ਨੇ, ਉਹਨਾਂ ਦਾ ਤਾਂ ਜਿਹੜਾ ਹਲਕੇ ਦੇ ਵਿੱਚ ਜਾਣ ਦਾ ਤਰੀਕਾ ਹੈ, ਉਹਨੂੰ ਪੂਰਾ ਟਿਕਟ ਮੰਨ ਕੇ ਹੀ ਚੱਲ ਰਹੇ ਨੇ। ਹਾਂ, ਉਹਨਾਂ ਨੇ ਇਸੇ ਤਰ੍ਹਾਂ ਹੀ ਇਹ ਬਣਾ ਰਹੇ ਨੇ ਕਿ ਹਾਂ ਜੀ
ਕਿ ਜੀ ਸਾਨੂੰ ਤਾਂ ਇਹ ਟਿਕਟ ਮਿਲ ਗਈ, ਕਿ ਕੀ ਇਹੋ ਜਿਹਾ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਹੈ, ਇਹੋ ਜਿਹਾ ਕਲਚਰ ਹੈ ਕਿ ਇਹਨੂੰ ਕਹਿ ਦਿੱਤਾ ਜਾਂਦਾ ਕਿ ਵੀ ਇਹਨਾਂ ਤੋਂ ਟਿਕਟ ਮਿਲ ਗਈ ਕਿ ਤੁਸੀਂ ਤਾਂ ਜੀ ਜਾਓ। ਜੀ ਤੁਸੀਂ ਇੱਕ ਟਿਕਟ ਦੀ ਗੱਲ ਛੱਡੋ, ਇਹਨੂੰ ਹਲਕਾ ਇੰਚਾਰਜ ਵੀ ਬਣਾਤਾ ਪਾਰਟੀ ਨੇ, ਇਹ ਵੀ ਤੁਸੀਂ ਦੇਖੋ। ਸਾਨੂੰ ਦੱਸ ਦਿਓ ਜੀ ਕਿੱਥੇ ਹਲਕਾ ਇੰਚਾਰਜ ਬਣਾਇਆ। ਉਹਦੇ ਵਿੱਚ ਆਇਆ ਸਾਡੇ ਕੋਲ ਤਾਂ ਵੀ ਨਹੀਂ, ਹਲਕਾ ਤੁਸੀਂ ਇੰਚਾਰਜ ਸਾਨੂੰ ਦੱਸ ਦਿਓ ਵੀ ਕਿੱਥੇ ਹਲਕਾ ਇੰਚਾਰਜ ਬਣਾਇਆ। ਤੁਸੀਂ ਇਸ ਤਰ੍ਹਾਂ ਕਰਿਓ, ਕੱਲ੍ਹ ਨੂੰ ਇੱਕ ਅੱਧੇ ਦਿਨ ਦੇ ਵਿੱਚ ਜਿਹੜੀਆਂ ਮੇਰੀਆਂ ਗੱਲਾਂ ਨੇ ਉਹ ਸਾਡੇ ਜਿਹੜੇ ਨੇ ਅਬਜ਼ਰਵਰ ਸਾਹਿਬ ਨੇ ਇੱਥੇ ਦੇ ਹਰਪ੍ਰੀਤ ਚੀਮਾ ਜੀ, ਜਿਨ੍ਹਾਂ ਨੂੰ ਅਸੀਂ ਕੰਪਲੇਂਟ ਦੇ ਕੇ ਆਏ ਹਾਂ, ਰਿਟਨ ਕੰਪਲੇਂਟ ਦੇ ਕੇ ਆਏ ਹਾਂ ਅਤੇ ਦਸਤਖਤ ਕਰਕੇ ਦੇ ਕੇ ਆਏ ਹਾਂ ਰਾਤ ਸਾਰੀ, ਉਹਨਾਂ ਨੂੰ ਦੱਸ ਕੇ ਆਏ ਹਾਂ ਜੋ ਮੈਂ ਗੱਲਾਂ ਕਰ ਰਿਹਾ ਕਿ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਚੀਫ ਸਾਹਿਬ ਨੂੰ ਅਸੀਂ ਇਹ ਦੇ ਕੇ ਆਏ ਹਾਂ, ਉਹਨਾਂ ਦੇ ਮਹਿਕਮਿਆਂ ਨੂੰ ਸਾਰਿਆਂ ਨੂੰ ਇਹ ਭੇਜਤੀ ਆ। ਇਸ ਲਈ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਤੁਸੀਂ ਜੋ ਸੱਚੀ ਗੱਲ ਹੈ ਉਹ ਸੱਚੀ ਗੱਲ ਨੂੰ ਅੱਗੇ ਲੈ ਕੇ ਆਓ। ਧੰਨਵਾਦ। ਥੈਂਕ ਯੂ। ਦਰਸ਼ਨ ਸਿੰਘ ਜੀ ਦੱਸੋ ਇੱਥੇ ਤੁਸੀਂ ਸਰਦਾਰ ਦਰਸ਼ਨ ਸਿੰਘ ਜੀ ਤੁਹਾਨੂੰ ਦੱਸ ਕੇ ਗਏ ਪਹਿਲਾਂ ਦਰਬਾਰਾ ਸਿੰਘ ਜੀ ਬਾਰੇ, ਉਹ ਆਪਦੇ ਆਪ ਨੂੰ ਇਸ ਸਮੇਂ ਮੌਜੂਦਾ MLA ਤੇ ਹਲਕਾ ਇੰਚਾਰਜ ਮੰਨਦੇ ਆ ਅਤੇ ਵਰਕਰਾਂ ਨੂੰ ਗੁੰਮਰਾਹ ਵੀ ਕਰ ਰਿਹਾ, ਇਹ ਕਹਿ ਕੇ ਗੁੰਮਰਾਹ ਕਰ ਰਿਹਾ ਵੀ ਟਿਕਟ ਤਾਂ ਮੇਰੀ ਜੇਬ 'ਚ ਹੈ, ਪਾਰਟੀ ਹਾਈ ਕਮਾਨ ਨੇ ਮੈਨੂੰ ਟਿਕਟ ਦੇ ਕੇ ਭੇਜਿਆ, ਗਨਮੈਨ ਦੇ ਕੇ ਭੇਜਿਆ, ਪਾਵਰਾਂ ਦੇ ਕੇ ਭੇਜਿਆ। ਉਹ ਆਪਦੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ, ਬਿਲਕੁਲ ਨਜਾਇਜ਼ ਫਾਇਦਾ ਉਠਾ ਰਿਹਾ, ਸਰਕਾਰੀ ਮੁਲਾਜ਼ਮ ਹੋ ਕੇ ਆਪਣੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਿਹਾ, ਗਨਮੈਨ ਲੈ ਕੇ ਨਾਲ ਫਿਰ ਰਿਹਾ। ਅਸੀਂ ਪਾਰਟੀ ਹਾਈ ਕਮਾਨ ਤੱਕ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਕਰ ਚੁੱਕੇ ਆ ਬਕਾਇਦਾ। ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਤੇ ਪਾਰਟੀ ਹਾਈ ਕਮਾਨ ਨੂੰ ਕਹਿੰਦੇ ਆ ਇਹਨਾਂ ਦੇ ਉੱਪਰ ਬਣਦੀ ਹੋਈ ਕਾਰਵਾਈ ਜ਼ਰੂਰ ਕਰਨ। ਮੰਨ ਲਓ ਪਾਰਟੀ ਹਾਈ ਕਮਾਨ, ਕਾਂਗਰਸ ਪਾਰਟੀ ਹਾਈ ਕਮਾਨ ਨਹੀਂ ਇਹਦੇ ਨਾਲ ਕਾਰਵਾਈ ਕਰਦੀ ਤਾਂ ਕੀ ਹੈ ਤੁਹਾਡਾ? ਦੇਖੋ, ਸਾਨੂੰ ਪਾਰਟੀ ਹਾਈ ਕਮਾਨ ਤੇ ਪੂਰਾ ਭਰੋਸਾ ਹੈ। ਕਾਂਗਰਸ ਪਾਰਟੀ ਇੱਕ ਐਸੀ ਸਾਫ਼ ਛਵੀ ਦੀ ਪਾਰਟੀ ਹੈ, ਦਾਗਦਾਰ ਬੰਦੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ। ਦਾਗਦਾਰ ਬੰਦਿਆਂ ਦੀ ਇਸ ਤਰ੍ਹਾਂ ਹੈਗੀ ਆ, ਮੈਂ ਇੱਕ ਐਡ ਕਰਨੀ ਚਾਹੁੰਦਾ ਹਾਂ। ਅਸੀਂ ਜੇ ਕਿਸੇ ਦੇ ਛਿੱਟੇ ਉਠਾਣੇ ਹੋਏ ਨਾ, ਉਹ ਬਹੁਤ ਕੁਝ ਹੋ ਸਕਦਾ। ਪਿੱਛੇ ਜੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ GST ਦਾ ਸਕੈਂਡਲ ਹੋਇਆ ਸੀ, ਇਸ ਬੰਦੇ ਦਾ ਵੀ ਨਾਂ ਵਿੱਚ ਸੀਗਾ। ਜੇ ਕੋਈ ਗੱਲ ਹੀ ਅਸੀਂ ਹੋਏ, ਅਸੀਂ ਨਹੀਂ ਤੁਹਾਨੂੰ ਹੋਰ ਤਰ੍ਹਾਂ ਉਜਾਗਰ ਕਰਾਂਗੇ ਅਸੀਂ, ਪਰ ਉਸ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਹੈਗੇ ਵੀ ਕਿਸੇ ਦੇ ਛਿੱਟੇ ਛੱਟੀਏ ਵੀ ਉਹ ਬੰਦਾ ਮਾੜਾ ਹੈ, ਫਲਾਣਾ ਇਹ ਉਹ। ਅਸੀਂ ਕੋਲ ਤਾਂ ਨਹੀਂ ਜਾਂਦੇ। ਇਹ ਸਕੈਂਡਲਸ ਬੰਦਿਆਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਬਿਲਕੁਲ ਬਾਹਰ ਕੱਢਾਂਗੇ। ਮੈਂ ਦਰਬਾਰਾ ਸਿੰਘ, ਐਕਸਾਈਜ਼ ਵਿਭਾਗ ਦੇ ਵਿੱਚ ਉਪ ਆਬਕਾਰੀ ਤੇ ਕਰ ਕਮਿਸ਼ਨਰ ਦੇ ਅਹੁਦੇ 'ਤੇ ਤੈਨਾਤ ਸੀ। 27 ਸਾਲ ਦੀ ਸਰਵਿਸ ਹੈ ਮੇਰੀ ਮਹਿਕਮੇ ਦੇ ਵਿੱਚ। ਮੈਂ 15 ਨਵੰਬਰ 2021 ਨੂੰ ਆਪਣੇ ਅਹੁਦੇ ਤੋਂ BRS ਲੈ ਲਈ ਹੈ, ਕਿਉਂਕਿ ਮੈਂ ਇਲੈਕਸ਼ਨ ਸਤਰਾਣਾ ਕਾਂਸਟੀਟਿਊਂਸੀ ਤੋਂ ਲੜਨਾ ਚਾਹੁੰਦਾ। ਮੈਂ ਆਪਣੇ BRS ਪੱਤਰ ਦੇ ਵਿੱਚ ਸਰਕਾਰ ਨੂੰ ਇਹ ਬੇਨਤੀ ਕੀਤੀ ਆ ਕਿ ਮੈਂ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਅੱਜ ਤੋਂ ਹੀ ਭਾਗ ਲੈਣਾ ਚਾਹੁੰਦਾ, ਸੋ ਮੈਨੂੰ ਡਿਊਟੀ ਤੋਂ ਤੁਰੰਤ ਮੁਕਤ ਕਰਕੇ ਮੈਨੂੰ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਭਾਗ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਸੋ ਮੈਂ ਉਹ ਪੱਤਰ ਗਵਰਨਮੈਂਟ ਨੂੰ 15 ਨਵੰਬਰ 2021 ਨੂੰ ਸਬਮਿਟ ਕੀਤਾ ਸੀ। ਉਸ ਤੋਂ ਉਪਰੰਤ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਵੀ ਇਹ ਬੇਨਤੀ ਕੀਤੀ ਸੀ ਕਿ ਮੈਂ ਨੌਕਰੀ ਹੋਰ ਨਹੀਂ ਕਰਨੀ ਚਾਹੁੰਦਾ, ਮੈਂ ਇਲੈਕਸ਼ਨ ਲੜਨੀ ਚਾਹੁੰਦਾ। ਸੋ ਮੈਂ ਉਹਨਾਂ ਦੀ ਪਰਮਿਸ਼ਨ ਨਾਲ ਉਹਨਾਂ ਨੂੰ ਲਿਖ ਕੇ ਦੇਣ ਤੋਂ ਉਪਰੰਤ ਇਹ ਕਾਰਵਾਈਆਂ ਸ਼ੁਰੂ ਕੀਤੀਆਂ ਨੇ। ਦੂਜੇ ਸੰਭਾਵੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਮਹਿਕਮੇ ਵੱਲੋਂ ਜਿਹੜਾ ਮਨਜ਼ੂਰੀ ਨਹੀਂ ਦਿੱਤੀ ਗਈ। ਉਹ ਉਹਨਾਂ ਤੋਂ ਪੁੱਛੋ ਜੀ, ਉਹਨਾਂ ਕੋਲ ਕੀ ਇਹ ਸਬੂਤ ਆ ਕਿ ਮੈਂ ਤਾਂ ਆਪਣਾ ਜੋ ਮੇਰੇ ਆਫੀਸ਼ੀਅਲ ਡਿਊਟੀਆਂ ਸੀ, ਆਫੀਸ਼ੀਅਲੀ ਜੋ ਮੈਨੂੰ ਕਰਨਾ ਚਾਹੀਦਾ ਸੀ, ਉਹ ਕਾਰਵਾਈਆਂ ਕਰਨ ਤੋਂ ਬਾਅਦ ਹੀ ਮੈਂ ਸ਼ੁਰੂ ਕੀਤਾ ਕੰਮ। ਉਹਨਾਂ ਨੇ ਇਹ ਵੀ ਕਿਹਾ ਕਿ 20 ਦਸੰਬਰ ਤੱਕ ਵੀ ਅਹੁਦੇ ਤੇ ਤੈਨਾਤ ਨੇ, ਜੇਕਰ ਉਹਨਾਂ ਕੋਲ ਹੈਗਾ ਤਾਂ ਆਪਣਾ ਕਹਿੰਦੇ ਵੀ ਜੋ ਰਿਜ਼ਾਈਨ ਦਾ ਪ੍ਰੂਫ ਹੈ। ਉਹ ਕੌਣ ਨੇ ਜੀ ਮੇਰੇ ਤੋਂ ਰਿਜ਼ਾਈਨ ਮੰਗਣ ਵਾਲੇ? ਮੈਂ ਗਵਰਨਮੈਂਟ ਮੰਗੂਗੀ ਮੇਰੇ ਤੋਂ, ਮਾਨਯੋਗ ਕਮਿਸ਼ਨ ਮੰਗੇ ਮੈਂ ਕਮਿਸ਼ਨ ਨੂੰ ਦਊਂਗਾ। ਜਿੱਥੇ ਉਹਨਾਂ ਨੇ ਕੰਪਲੇਂਟ ਕੀਤੀ ਆ ਉੱਥੋਂ ਮੈਨੂੰ ਕੋਈ ਨੋਟਿਸ ਆਊਗਾ, ਮੈਂ ਉਹਨਾਂ ਨੂੰ ਪੂਰਾ ਜਵਾਬ ਦਊਂਗਾ ਜੀ। ਉਹਨਾਂ ਨੇ ਇਹ ਵੀ ਕਿਹਾ ਵੀ ਆਪਣੇ ਰਿਜ਼ਰਵਰ ਹਰਪ੍ਰੀਤ ਚੀਮਾ ਜੀ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਇਹਦੇ ਬਾਰੇ ਕੰਪਲੇਂਟ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਕਹਿੰਦੇ ਚਲੋ ਜੀ ਸਿੱਧੂ ਸਾਹਿਬ ਤੋਂ ਜਾਂ ਮਾਨਯੋਗ ਪਾਰਟੀ ਪ੍ਰੈਜ਼ੀਡੈਂਟ ਤੋਂ ਮੈਨੂੰ ਕੋਈ ਕਲੈਰੀਫਿਕੇਸ਼ਨ ਮੰਗੀ ਜਾਊਗੀ, ਮੈਂ ਦਊਂਗਾ ਆਪਣੇ ਲੈਵਲ 'ਤੇ, ਕੋਈ ਪ੍ਰੋਬਲਮ ਆਈ ਵਿਲ ਡੈਫੀਨਿਟਲੀ। ਦੂਜਾ ਜਿਹੜਾ ਪਾਰਟੀ ਦੇ ਵਿੱਚ ਤੁਸੀਂ ਹਲਕਾ ਇੰਚਾਰਜ ਬਾਰੇ ਕਈ ਗਤੀਵਿਧੀਆਂ ਜਿਹੜੀਆਂ ਤੁਸੀਂ ਉਹ ਬਤੌਰ ਕਰ ਰਹੇ ਹੋ, ਤਾਂ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਤੁਸੀਂ ਦੱਸੋ, ਤੁਸੀਂ ਹਲਕਾ ਇੰਚਾਰਜ ਵਗੈਰਾ ਨਹੀਂ ਲਾ ਸਕਦੀ ਪਾਰਟੀ ਇਸ ਤਰ੍ਹਾਂ। ਤੁਸੀਂ ਪੱਤਰਕਾਰ ਵੀਰ ਹੋ, ਤੁਸੀਂ ਦੱਸੋ ਮੈਂ ਕਿਹੜੇ ਕਿਸ ਜਗ੍ਹਾ ਤੇ ਆਪਣੇ ਆਪ ਨੂੰ ਹਲਕਾ ਇੰਚਾਰਜ ਕਿਹਾ ਜੀ? ਆਪਣੇ ਆਪ ਕੋਈ ਐਲੀਗੇਸ਼ਨ ਬੇਸਿਸ ਤੇ ਲਾਉਂਦਾ, ਮੈਂ ਉਹਦਾ ਜਵਾਬ ਕਿਉਂ ਦੇਵਾਂ? ਜਿਸ ਗੱਲ ਦਾ ਜਵਾਬ ਦੇਣਾ ਨਹੀਂ ਬਣਦਾ ਹੈ ਨਾ, ਤੇ ਉਹ ਹੀ ਦੱਸਣ। ਉਹਨਾਂ ਨੂੰ ਕੋਈ ਡਰ ਹੋਊਗਾ, ਪਤਾ ਨਹੀਂ ਕਿਸ ਡਰ ਤੋਂ ਘਬਰਾ ਕੇ ਉਹ ਗੱਲਾਂ ਕਰ ਰਹੇ ਨੇ, ਮੈਨੂੰ ਨਹੀਂ ਪਤਾ ਸੀ। ਧੰਨਵਾਦ, ਥੈਂਕ ਯੂ।